ਦੋਸਤੋ ਆ ਦੇਖੋ ਕੁਦਰਤ ਦੀ ਕਮਾਲ ਦੀ ਰਚਨਾ। ਖਾਣਾ ਖਾਂਦੇ ਹੋਏ ਤਾਂ ਹੀ ਕਹਿੰਦੇ ਨਾ ਵੀ ਨਾ ਬੋਲਿਆ ਕਰੋ। ਆ ਦੇਖੋ ਇੱਕ ਉਹਦੇ ਵਿੱਚ ਇੱਕ ਛੋਟਾ ਜਿਹਾ ਮਾਸ ਦਾ ਕਿਵੇਂ ਟੁਕੜਾ ਪ੍ਰਮਾਤਮਾ ਨੇ ਬਣਾਇਆ ਹੋਇਆ ਹੈ, ਜਿਹੜੀ ਕਿ ਵਿੰਡ ਪਾਈਪ ਜਿਹੜੀ ਸਾਹ ਵਾਲੀ ਨਾਲੀ ਨੂੰ ਉਹ ਬੰਦ ਕਰ ਦਿੰਦੀ ਹੈ ਤੇ ਖਾਣਾ ਸਾਡੇ ਪੇਟ ਵਾਲੀ ਨਾਲੀ 'ਚ ਚਲੇ ਜਾਂਦਾ, ਫੂਡ ਪਾਈਪ 'ਚ ਚਲੇ ਜਾਂਦਾ। ਤੁਸੀਂ ਦੇਖੋ ਤਾਂ ਸਹੀ, ਜਿਨ੍ਹਾਂ ਨੂੰ ਰੱਬ ਤੇ ਹਾਲੇ ਵੀ ਯਕੀਨ ਨਹੀਂ ਹੈਗਾ, ਆਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ। ਉਹਨਾਂ ਨੂੰ ਰੱਬ ਦੀ ਕ੍ਰੀਏਟੀਵਿਟੀ ਤੇ ਉਹਦੀ ਕ੍ਰੀਏਸ਼ਨ ਤੇ ਕੋਈ ਸ਼ੱਕ ਨਹੀਂ ਰਹੂਗਾ ਅੱਜ ਤੋਂ ਬਾਅਦ। ਦੇਖੋ ਦੋ ਤਰ੍ਹਾਂ ਦੀਆਂ ਪਾਈਪਸ ਨੇ ਸਾਡੀਆਂ, ਇੱਕ ਫੂਡ ਪਾਈਪ ਹੈ, ਇੱਕ ਬਰੀਥਿੰਗ ਪਾਈਪ ਹੈ। ਸਾਡੀ ਸਾਹ ਵਾਲੀ ਨਾਲੀ ਹੈ ਜਿਹੜੀ ਇਥੋਂ ਪੇਟ ਚੋਂ ਸਾਹ ਖਿੱਚਦੇ ਆਪਾਂ, ਉਹ ਬੰਦ ਹੋ ਜਾਂਦੀ ਹੈ ਤਾਂ ਫੂਡ ਆਪਣੇ ਫੂਡ ਪਾਈਪ 'ਚ ਚਲੇ ਜਾਂਦਾ। ਕਮਾਲ ਹੈ ਜੀ, ਕਮਾਲ, ਕੁਦਰਤ ਕਮਾਲ ਹੈ। ਇਹ ਦੇਖ ਕੇ ਤਾਂ ਮੈਂ ਹੀ ਕਹਿ ਸਕਦਾ। ਦੋਸਤੋ ਆ ਦੇਖੋ ਕੁਦਰਤ ਦੀ ਕਮਾਲ ਦੀ ਰਚਨਾ। ਖਾਣਾ ਖਾਂਦੇ ਹੋਏ ਤਾਂ ਹੀ ਕਹਿੰਦੇ ਨਾ ਵੀ ਨਾ ਬੋਲਿਆ ਕਰੋ। ਆ ਦੇਖੋ ਇੱਕ ਉਹਦੇ ਵਿੱਚ ਇੱਕ ਛੋਟਾ ਜਿਹਾ ਮਾਸ ਦਾ ਕਿਵੇਂ ਟੁਕੜਾ ਪ੍ਰਮਾਤਮਾ ਨੇ ਬਣਾਇਆ ਹੋਇਆ ਹੈ, ਜਿਹੜੀ ਕਿ ਵਿੰਡ ਪਾਈਪ ਜਿਹੜੀ ਸਾਹ ਵਾਲੀ ਨਾਲੀ ਨੂੰ ਉਹ ਬੰਦ ਕਰ ਦਿੰਦੀ ਹੈ ਤੇ ਖਾਣਾ ਸਾਡੇ ਪੇਟ ਵਾਲੀ ਨਾਲੀ 'ਚ ਚਲੇ ਜਾਂਦਾ, ਫੂਡ ਪਾਈਪ 'ਚ ਚਲੇ ਜਾਂਦਾ। ਤੁਸੀਂ ਦੇਖੋ ਤਾਂ ਸਹੀ, ਜਿਨ੍ਹਾਂ ਨੂੰ ਰੱਬ ਤੇ ਹਾਲੇ ਵੀ ਯਕੀਨ ਨਹੀਂ ਹੈਗਾ, ਆਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ। ਉਹਨਾਂ ਨੂੰ ਰੱਬ ਦੀ ਕ੍ਰੀਏਟੀਵਿਟੀ ਤੇ ਉਹਦੀ ਕ੍ਰੀਏਸ਼ਨ ਤੇ ਕੋਈ ਸ਼ੱਕ ਨਹੀਂ ਰਹੂਗਾ ਅੱਜ ਤੋਂ ਬਾਅਦ। ਦੇਖੋ ਦੋ ਤਰ੍ਹਾਂ ਦੀਆਂ ਪਾਈਪਸ ਨੇ ਸਾਡੀਆਂ, ਇੱਕ ਫੂਡ ਪਾਈਪ ਹੈ, ਇੱਕ ਬਰੀਥਿੰਗ ਪਾਈਪ ਹੈ। ਸਾਡੀ ਸਾਹ ਵਾਲੀ ਨਾਲੀ ਹੈ ਜਿਹੜੀ ਇਥੋਂ ਪੇਟ ਚੋਂ ਸਾਹ ਖਿੱਚਦੇ ਆਪਾਂ, ਉਹ ਬੰਦ ਹੋ ਜਾਂਦੀ ਹੈ ਤਾਂ ਫੂਡ ਆਪਣੇ ਫੂਡ ਪਾਈਪ 'ਚ ਚਲੇ ਜਾਂਦਾ। ਕਮਾਲ ਹੈ ਜੀ, ਕਮਾਲ, ਕੁਦਰਤ ਕਮਾਲ ਹੈ। ਇਹ ਦੇਖ ਕੇ ਤਾਂ ਮੈਂ ਹੀ ਕਹਿ ਸਕਦਾ।